ਧੰਨ ਵਾਹਿਗੁਰੂ ਸਾਹਿਬ ਜੀਓ। ਤੂੰ ਮੇਰੋ ਮੇਰ ਪਰਬਤ ਸੁਆਮੀ। ਓਟ ਗਹੀ ਮੈਂ ਤੇਰੀ, ਨਾ ਤੁਮ ਡੋलो ਨਾ ਹਮ ਗਿਰਤੇ। ਰਖ ਲੀਨੀ ਹਰ ਮੇਰੀ, ਰਾਗ ਗੌੜੀ ਗੁਆਰੇਰੀ। ਮਹਿਲਾ ਪਹਿਲਾ। ਚੌਪਦੇ ਦੋਪਦੇ ਇੱਕ ਓੰਕਾਰ। ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ। ਗੁਰ ਪ੍ਰਸਾਦ ਭਉ ਮੁਚ ਭਾਰਾ। ਵੱਡਾ ਤੋਲ ਮਨ ਮਤ ਹੌਲੀ। ਬੋਲੇ ਬੋਲ ਸਿਰ ਧਰ ਚੱਲੀਐ ਸਹੀਐ ਭਾਰ। ਨਦਰੀ ਕਰਮੀ ਗੁਰ ਵਿਚਾਰ। ਭੈ ਬਿਨ ਕੋਇ ਨਾ ਲੰਘਸ ਪਾਰ। ਭੈ ਭਉ ਰਾਖਿਆ ਭਾਏ ਸਵਾਰ। ਭੈ ਬਿਨ ਕੋਇ ਨਾ ਲੰਘਸ ਪਾਰ। ਭੈ ਭਉ ਰਾਖਿਆ ਭਾਏ ਸਵਾਰ। ਰਹਾਉ ਭੈ ਤਨ ਅਗਨ ਭਖੈ ਭੈ ਨਾਲ। ਭੈ ਭਉ ਘੜੀਐ ਸ਼ਬਦ ਸਵਾਰ। ਭੈ ਬਿਨ ਘਾੜਤ ਕੱਚ ਨਿਕਚ। ਅੰਧਾ ਸੱਚਾ ਅੰਧੀ ਸੱਟ। ਬੁੱਧੀ ਬਾਜੀ ਉਪਜੈ ਚਾਉ। ਸਹਿਸ ਸਿਆਣਪ ਪਵੈ ਨਾ ਤਾਉ। ਨਾਨਕ ਮਨ ਮੁਖ ਬੋਲਣ ਵਾਉ। ਅੰਧਾ ਅੱਖਰ ਵਾਉ ਦੁਆਉ।
ਨਾਨਕ ਮਨ ਮੁਖ ਬੋਲਣ ਵਾਉ, ਅੰਧਾ ਅੱਖਰ ਵਾਉ ਦੁਆਉ। ਪਰਮ ਸਨਮਾਨਯੋਗ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਤਿਨਾਂ ਦੀ ਪਾਵਨ ਚਰਨ ਸ਼ਰਨ ਦੇ ਅੰਦਰ ਸੁਸ਼ੋਭਿਤ ਹੋਏ ਬੈਠੇ ਸਤਿਕਾਰਯੋਗ ਸਤ ਸੰਗੀ ਜਨੋ, ਵਡਭਾਗੇ ਹਾਂ ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਜੋ ਰੋਜ਼ਾਨਾ ਦੀ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਇਲਾਹੀ ਬਾਣੀ ਦੇ ਪਾਠ ਦੇ ਨਾਲ ਸਾਂਝ ਬਣਾਉਂਦਿਆਂ ਹੋਇਆਂ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲੀਆਂ ਕਰਨ ਦਾ ਯਤਨ ਕਰ ਰਹੇ ਸਾਂ। ਆਓ ਜਿੱਥੇ ਬੜੇ ਅਦਬ ਸਹਿਤ ਪਾਵਨ ਬਾਣੀ ਦੇ ਪਾਠ ਦੇ ਨਾਲ ਸਾਂਝ ਬਣਾਈ ਹੈ, ਉੱਥੇ ਕੁਝ ਕੁ ਸਮਾਂ ਪਾਵਨ ਬਾਣੀ ਦੀ ਵਿਚਾਰ ਨੂੰ ਸਮਝਣ ਦਾ, ਜਾਣਨ ਦਾ ਯਤਨ ਕਰੀਏ, ਕਿਉਂਕਿ ਸਤਿਗੁਰੂ ਜੀ ਦੀ ਮੁਬਾਰਕ ਬਾਣੀ ਦੇ ਪਾਵਨ ਬੋਲ ਹਨ। ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ, ਡਿਠੈ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਸੋ ਆਓ ਸਤਿਗੁਰੂ ਜੀ ਦੀ ਮੁਬਾਰਕ ਬਾਣੀ ਦੀ ਵਿਚਾਰ ਨੂੰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਾਂ ਕਲਗੀਧਰ ਪਿਤਾ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰ ਫਤਿਹ ਦੇ ਨਾਲ ਸਾਂਝ ਪਾਈਏ ਜੀ। ਪਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀਓ, ਜਿਸ ਪਾਵਨ ਸ਼ਬਦ ਦਾ ਪਾਠ ਆਪਾਂ ਬੜੇ ਅਦਬ ਸਹਿਤ ਹੁਣੇ ਸਰਵਣ ਕੀਤਾ ਹੈ, ਇਹ ਮੁਬਾਰਕ ਬਚਨ ਗੌੜੀ ਰਾਗ ਦੇ ਅੰਦਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੇ ਪਾਵਨ ਅੰਕ 151 ਦੇ ਉੱਪਰ ਸ਼ੁਭਾਇਮਾਨ ਸਿੱਖ ਧਰਮ ਦੇ ਬਾਨੀ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤਿਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਸਾਨੂੰ ਇਸ ਗੱਲ ਦੀ ਪ੍ਰੇਰਨਾ ਕੀਤੀ ਹੈ ਕਿ ਜੇ ਅਸੀਂ ਆਪਣੇ ਜੀਵਨ ਨੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਭਉ ਦੇ ਵਿੱਚ, ਉਸ ਪਰਮਾਤਮਾ ਦੇ ਅਦਬ ਡਰ ਦੇ ਵਿੱਚ ਜਿਉਣਾ ਸ਼ੁਰੂ ਕਰ ਦਈਏ ਤੇ ਸਾਡੇ ਜੀਵਨ ਦੀ ਘਾਟ ਜਿਹੜੀ ਹੈ ਉਹ ਬੜੀ ਸੋਹਣੀ ਤੇ ਬੜੀ ਸੁਚੱਜੀ ਘੜੀ ਜਾ ਸਕਦੀ ਹੈ। ਤੁਸੀਂ ਵੇਖੋ, ਜਦੋਂ ਆਪਾਂ ਪਾਵਨ ਬਾਣੀ ਨੂੰ ਸਾਧ ਸੰਗਤ ਜੀਓ ਪੜ੍ਹਦੇ ਹਾਂ ਤੇ ਸਤਿਗੁਰਾਂ ਨੇ ਸਮੁੱਚੀ ਬਾਣੀ ਦਾ ਜੋ ਖਜ਼ਾਨਾ ਮਨੁੱਖਤਾ ਦੀ ਜਾਂ ਸਾਡੀ ਝੋਲੀ ਦੇ ਵਿੱਚ ਪਾਇਆ, ਉਸ ਦਾ ਮਕਸਦ ਹੀ ਇਹ ਹੈ ਕਿ ਸਤਿਗੁਰੂ ਜੀ ਸਾਡੇ ਜੀਵਨ ਦੀ ਘਾਟ ਜਿਹੜੀ ਹੈ ਉਹ ਸਚਿਆਰੂ ਰੂਪ ਦੇ ਵਿੱਚ ਘੜਨੀ ਚਾਹੁੰਦੇ ਨੇ। ਆਪਾਂ ਮੁਬਾਰਕ ਬਚਨ ਪੜ੍ਹਦੇ ਹਾਂ ਆਰੰਭ ਦੇ ਵਿੱਚ ਹੀ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਸਤਿਗੁਰੂ ਜੀ ਨੇ ਇਸ ਮਨੁੱਖ ਦੇ ਸਾਹਮਣੇ ਇੱਕ ਏਮ ਰੱਖਿਆ ਹੈ, ਇਸ ਨੂੰ ਇੱਕ ਮੰਜ਼ਿਲ ਦਿੱਤੀ ਹੈ ਕਿ ਤੇਰੇ ਜੀਵਨ ਦੀ ਮੰਜ਼ਿਲ ਜਿਹੜੀ ਹੈ ਉਹ ਸਚਿਆਰਾ ਹੋਣਾ ਹੈ। ਸਚਿਆਰੇ ਦੀ ਘਾਟ ਘੜੀ ਜਾਵੇ, ਇਸ ਲਈ ਸਤਿਗੁਰੂ ਜੀ ਨੇ ਪਾਵਨ ਬਾਣੀ ਦਾ ਮਹਾਨ ਖਜ਼ਾਨਾ ਉਹ ਸਾਡੇ ਸਾਹਮਣੇ ਬਖਸ਼ਿਸ਼ ਕੀਤਾ। ਸੋ ਆਓ
ਅੱਜ ਦੇ ਇਸ ਪਾਵਨ ਬਚਨ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਨੂੰ ਕਿਹੜੀ ਗੱਲ ਸਮਝਾਉਣ ਦਾ ਯਤਨ ਕਰ ਰਹੇ ਨੇ, ਕਿਵੇਂ ਅਸੀਂ ਉਸ ਅਕਾਲ ਪੁਰਖ ਪਰਮਾਤਮਾ ਦੇ ਭੈ ਦੇ ਵਿੱਚ ਰਹਿ ਕਰਕੇ ਅਦਬ ਡਰ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਜੀ ਕਰਕੇ ਇਸ ਜੀਵਨ ਨੂੰ ਸਚਿਆਰਾ ਬਣਾ ਸਕਦੇ ਹਾਂ। ਕਿਉਂਕਿ ਸਾਧ ਸੰਗਤ ਜੀ, ਮੈਂ ਬੇਨਤੀ ਕਰਾਂ, ਜਦੋਂ ਆਪਾਂ ਡਰ ਦੀ ਪਰਿਭਾਸ਼ਾ ਨੂੰ ਸਮਝਣ ਦਾ ਯਤਨ ਕਰਦੇ ਹਾਂ ਤੇ ਡਰ ਜਿਹੜਾ ਹੈ ਉਹ ਕਈ ਪ੍ਰਕਾਰ ਦਾ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਹੁੰਦਾ ਹੈ। ਕਿਤੇ ਇਨਸਾਨ ਨੂੰ ਆਪਣੇ ਧਨ ਦੇ ਗਵਾਚਣ ਦਾ ਡਰ ਹੈ, ਕਿਤੇ ਉਸ ਨੂੰ ਉੱਚੇ ਰੁਤਬੇ ਦੇ ਖੋਏ ਜਾਣ ਦਾ ਡਰ ਹੈ, ਕਿਤੇ ਉਸ ਨੂੰ ਚੋਰਾਂ ਦਾ ਡਰ ਹੈ, ਕਿਤੇ ਉਸ ਨੂੰ ਲੁਟੇਰਿਆਂ ਦਾ ਡਰ ਹੈ, ਕਿਤੇ ਇਨਸਾਨ ਨੂੰ ਮੌਤ ਦਾ ਡਰ ਹੈ, ਕਿਤੇ ਇਨਸਾਨ ਦੀ ਜ਼ਿੰਦਗੀ ਦੇ ਅੰਦਰ ਇਸ ਨੂੰ ਜ਼ੁਲਮ ਕਰਕੇ, ਧੱਕਾ ਕਰਕੇ ਡਰਾਇਆ ਜਾਂਦਾ ਹੈ। ਸੋ ਇਹੋ ਜਿਹੇ ਬੇਅੰਤ ਡਰ ਜਿਹੜੇ ਨੇ ਉਹ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਆ ਕਰਕੇ ਇਸ ਨੂੰ ਘੇਰ ਲੈਂਦੇ ਨੇ। ਹੁਣ ਬਾਣੀ ਨੂੰ ਜਦੋਂ ਆਪਾਂ ਪੜ੍ਹਨ ਦਾ ਯਤਨ ਕਰਦੇ ਹਾਂ ਤੇ ਇਹ ਜਿੰਨੇ ਵੀ ਡਰ ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਵਿੱਚ ਇਹ ਗੱਲ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਕਿ ਇਹ ਜਿੰਨੇ ਵੀ ਡਰ ਨੇ, ਭਾਵੇਂ ਉਹ ਮੌਤ ਦਾ ਡਰ ਹੈ, ਭਾਵੇਂ ਉਹ ਇਸ ਪ੍ਰਕਾਰ ਦੇ ਨਾਲ ਕਿਸੇ ਨੂੰ ਡਰਾਇਆ ਜਾ ਰਿਹਾ ਹੈ, ਜ਼ੁਲਮ ਕਰਕੇ, ਧੱਕਾ ਕਰਕੇ, ਅਤਿਆਚਾਰ ਕਰਕੇ, ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਇਹ ਗੱਲ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਕਿ ਇਹ ਸਾਰੇ ਹੀ ਡਰ ਜਿਹੜੇ ਨੇ ਆਪਣੀ ਜ਼ਿੰਦਗੀ ਦੇ ਵਿੱਚੋਂ ਖਤਮ ਕਰ ਦੇਣੇ ਨੇ। ਤੁਸੀਂ ਵੇਖੋ ਵੀ ਆਪਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਮੁਬਾਰਕ ਸ਼ਲੋਕ ਪੜ੍ਹਦੇ ਹਾਂ। ਸਤਿਗੁਰੂ ਜੀ ਨੇ ਕਿੱਡੀ ਪਿਆਰੀ ਬਾਤ ਸਾਨੂੰ ਇਸ ਪਰਥਾਏ ਸਮਝਾਉਣ ਦਾ ਯਤਨ ਕੀਤਾ ਹੈ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਨ ਧਿਆਨ। ਸਤਿਗੁਰੂ ਜੀ ਕਹਿਣ ਲੱਗੇ ਵੀ ਨਾ ਤਾਂ ਕਿਸੇ ਨੂੰ ਇਹੋ ਜਿਹਾ ਡਰ ਦੇਣਾ ਹੈ ਤੇ ਨਾ ਹੀ ਕਿਸੇ ਦੇ ਕੋਲੋਂ ਇਹੋ ਜਿਹਾ ਡਰ ਲੈਣਾ ਹੈ। ਕਿਸੇ ਨੂੰ ਧੱਕੇ ਦੇ ਨਾਲ, ਜ਼ੁਲਮ ਕਰਕੇ, ਅਤਿਆਚਾਰ ਕਰਕੇ ਡਰਾਉਣਾ ਵੀ ਨਹੀਂ ਹੈ। ਤੇ ਜੇ ਕੋਈ ਅਤਿਆਚਾਰ ਕਰ ਰਿਹਾ ਹੈ, ਜੇ ਕੋਈ ਜ਼ੁਲਮ ਕਰ ਰਿਹਾ ਹੈ, ਜੇ ਕੋਈ ਧੱਕਾ ਕਰ ਰਿਹਾ ਹੈ, ਤੇ ਸਤਿਗੁਰੂ ਜੀ ਕਹਿਣ ਲੱਗੇ ਇਸ ਡਰ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਵਾਨ ਵੀ ਨਹੀਂ ਕਰਨਾ। ਕਿਉਂ? ਕਿਉਂਕਿ ਆਪਾਂ ਮੁਬਾਰਕ ਬਾਣੀ ਦਾ ਬਚਨ ਪੜ੍ਹਦੇ ਹਾਂ ਤੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ। ਸਤਿਗੁਰੂ ਜੀ ਕਹਿਣ ਲੱਗੇ ਇੱਕ ਮਾਲਕ ਤੋਂ, ਇੱਕ ਖਸਮ ਤੋਂ ਇਲਾਵਾ ਬਾਕੀ ਕਿਸੇ ਦੀ ਵੀ ਪਰਵਾਹ ਜਿਹੜੀ ਹੈ ਉਹ ਤੇਰੀ ਜ਼ਿੰਦਗੀ ਦੇ ਵਿੱਚ ਨਹੀਂ ਹੋਣੀ ਚਾਹੀਦੀ। ਕਿਸੇ ਦਾ ਡਰ ਤੇਰੀ ਜ਼ਿੰਦਗੀ ਦੇ ਵਿੱਚ ਨਹੀਂ ਹੋਣਾ ਚਾਹੀਦਾ। ਸੋ ਮੈਂ ਜਿਹੜੀ ਬੇਨਤੀ ਕਰ ਰਿਹਾ ਵੀ ਜਦੋਂ ਤਾਂ ਇਹਨਾਂ ਸਾਰਿਆਂ ਡਰਾਂ ਦਾ ਜ਼ਿਕਰ ਆਇਆ ਉਦੋਂ ਸਤਿਗੁਰੂ ਜੀ ਕਹਿੰਦੇ ਨੇ ਇਹ ਡਰ ਵਿਅਰਥ ਨੇ, ਇਹ ਡਰ ਜਿਹੜੇ ਨੇ ਇਹ ਡਰ ਆਪਣੀ ਜ਼ਿੰਦਗੀ ਦੇ ਵਿੱਚੋਂ ਖਤਮ ਕਰ। ਇਸੇ ਕਰਕੇ ਤੇ ਤੁਸੀਂ ਵੇਖੋ ਵੀ ਸਤਿਗੁਰੂ ਜੀ ਨੇ ਸਾਨੂੰ ਇਹ ਗੱਲ ਕਹੀ, ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਇਸੇ ਕਰਕੇ ਸਤਿਗੁਰੂ ਜੀ ਨੇ ਸਾਨੂੰ ਇਹ ਗੱਲ ਬਖਸ਼ਿਸ਼ ਕੀਤੀ ਵੀ ਉਸ ਨਿਰਭਉ ਪ੍ਰਮਾਤਮਾ ਦੇ ਨਾਲ ਜੁੜ, ਉਹਦੇ ਨਾਲ ਸਾਂਝ ਬਣਾ। ਖੈਰ, ਬਾਣੀ ਦਾ ਦੂਸਰਾ ਪੱਖ ਵੀ ਆਪਾਂ ਜਦੋਂ ਪੜ੍ਹਦੇ ਹਾਂ ਤੇ ਸਤਿਗੁਰੂ ਜੀ ਕਹਿੰਦੇ ਨੇ ਡਰ ਰੱਖਣਾ ਵੀ ਹੈ। ਇੱਕ ਪਾਸੇ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਗੱਲ ਸਮਝਾਉਣ ਦਾ ਯਤਨ ਕੀਤਾ ਵੀ ਇਹ ਸਾਰੇ ਭੈ, ਇਹ ਸਾਰੇ ਡਰ ਜਿਹੜੇ ਨੇ ਆਪਣੀ ਜ਼ਿੰਦਗੀ ਦੇ ਵਿੱਚੋਂ ਵਿਸਾਰ ਦੇ। ਦੂਸਰੇ ਪਾਸੇ ਸਤਿਗੁਰੂ ਜੀ ਕਹਿੰਦੇ ਨੇ ਡਰ ਜਿਹੜਾ ਹੈ ਉਹ ਤੇਰੀ ਜ਼ਿੰਦਗੀ ਦੇ ਵਿੱਚ ਹੋਣਾ ਚਾਹੀਦਾ ਹੈ। ਉਹ ਕਿਹੜਾ ਡਰ ਹੈ? ਇਸ ਨੂੰ ਸਤਿਗੁਰੂ ਜੀ ਦੀ ਪਾਵਨ ਬਾਣੀ ਨੇ ਅਦਬ ਡਰ ਵੀ ਕਿਹਾ ਹੈ ਤੇ ਨਿਰਮਲ ਭਉ ਵੀ ਕਿਹਾ ਹੈ। ਤੁਸੀਂ ਵੇਖੋ ਵੀ ਜਦੋਂ ਆਪਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਮੁਬਾਰਕ ਬਚਨ ਪੜ੍ਹਦੇ ਹਾਂ ਤੇ ਸਤਿਗੁਰੂ ਜੀ ਕਹਿੰਦੇ ਨੇ
कि मैं उस अकाल पुरख परमात्मा के डर नूं जदों जोगियां दे नाल गुरु नानक साहिब जी महाराज की साध संगत जी विचार चर्चा हुंदी है, वो जोगी जेड़े तरह तरह के नशे करके, जिन्हां ने शराब का नशा करके या भंग का नशा करके उस अकाल पुरख परमात्मा की भगती करन नूं तरजीह दिती है। हुण जदों गुरु नानक साहिब जी महाराज दे नाल उन्हां दी विचार चर्चा हुंदी है ते सतगुरु जी वेखदे ने कि ये सारे जेड़े ने ये भंग दे नशे दे विच गलतान होए पे ने। गुरु नानक साहिब जी महाराज उन्हां नूं सवाल करते हैं भी ये नशा क्यों किया जाता है। हुण वो जोगी अगों दलील देंदे ने इस गल दी कि असी जंगलों दे विच फिरना है, जंगलों दे विच तरह तरह के सानू जानवर मिलने ने, जीव जंतु मिलने ने, किते पहाड़ां दियां कुंदरां दे विच बैठना है, क्योंकि उन्होंने ये समझिया होया है भी शायद रब जिहड़ा है वो इस ढंग दे नाल मिलेगा। इसे करके सतगुरु जी नूं बाणी दे विच ये गल कहनी पई, जोग ना बाहर मड़ी मसाणी, जोग ना ताड़ी लाइए, जोग ना देश दिशंतर भवै, जोग ना तीरथ नहाइए, अंजन माहे निरंजन रहिए, जोग जुगत इम पाइए। सो सतगुरु जी नूं जोगी कहंदे ने भी ये नशा असी तां करदे आ क्योंकि इस नशे नूं करन दे नाल एक तां शरीर नूं थकान नहीं हुंदी ते लमेरी समाधि लग जाती है, चौंकड़ा जिहड़ा है वो असी लम्मा समा तक ला सकते हैं। ते दूसरी वो गल कहंदे ने भी इस नशे नूं करके असी बेपरवाह हो जाने आ, सानू जंगलों दे विच घुमदियां नूं किसी जानवर का डर नहीं रहिंदा, किसी जीव जंतु का डर नहीं रहिंदा। ते सतगुरु जी नूं वो पुछदे ने भी तुसी भी रब दी गल करदे हो कि तुसी भी इहो जिहा नशा करदे हो। सतगुरु जी कहन लगे हाँ मैं नशा करदा, मैं भी भंग दा नशा करदा, पर जिहो जिहा नशा तुसी करदे हो मेरा नशा जिहड़ा है वो इहो जिहा नहीं है। मैं साध संगत जी इत्थे एक बेनती आप जी दे नाल सांझी करनी चाहुंदा। तुसी वेखो भी गुरु नानक साहिब जी महाराज ने किड्डा प्यारा सिद्धांत जिहड़ा है वो सानू बख्शिश किया है। सतगुरु जी जिहड़ा नशा करन दे लई सानू प्रेरित कर रहे ने, मैं समझना भी अज जे किते साडी कौम दे नौजवान इहो जिहा नशा वो करना आरंभ कर देण ते वो गुरु नानक साहिब जी महाराज दीआं खुशियां नूं प्राप्त कर सकते हैं। अज खिमा करना कौम दे अंदर नशा किया जा रहा है। अज तां असी भंग दे नशे नूं सुख निधान कह करके साडी कौम दे अंदर एक ऐसा फिरका जिहड़ा है वो पैदा होया है जिन्हां नूं असी निहंग सिंह जथेबंदियां कहने आ। खिमा करना सारियां निहंग सिंह जथेबंदियां इक्को जिहियां नहीं जी, सारियां नूं असी इक्को तकड़ी दे विच नहीं तोल सकदे, पर कुछ कु निहंग सिंह जथेबंदियां ऐसियां ने, कुछ कु निहंग सिंह ऐसे ने जेड़े इस भंग दे नशे नूं शहीदी देग कह करके छकदे ने, जिन्हां ने इस नूं सुख निधान दा नाम दिता है। तुसी किते आनंदपुर साहिब होले महल्ले दे उस समय ते जाओ ते उत्थे तुहानू वड्डियां वड्डियां कुंडियां दे विच ये भंग दा नशा घोटदे निहंग सिंह जिहड़े ने वो नज़र आ जाणगे। मैं फिर बेनती दोहरा दियां भी सारियां निहंग सिंह जथेबंदियां इक्को जिहियां नहीं, पर बहुतांत अज निहंग सिंह जिहड़े ने वो इस गल दे लई वो बदनाम हो चुके ने भी ये भंग दा नशा करदे ने। मैं बेनती करनी चाहुंदा, तुसी वेखो भी गुरु नानक साहिब जी महाराज उन्हां जोगियां नूं जवाब देने। सतगुरु जी कहन लगे मैं भी नशा करदा, पर मेरा जिहड़ा नशा है वो नशा तुहाडे नशे वर्गा नशा नहीं है। तुसी तां भंग दी बूटी नूं
ਘੋਟ ਕੇ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਸੁਲਫਿਆਂ ਦੇ ਰਾਹੀਂ ਤੁਸੀਂ ਇਸ ਨੂੰ ਵਰਤੋਂ ਦੇ ਵਿੱਚ ਲਿਆਉਂਦੇ ਹੋ। ਸਤਿਗੁਰੂ ਜੀ ਕਹਿਣ ਲੱਗੇ ਮੇਰਾ ਨਸ਼ਾ ਇਹੋ ਜਿਹਾ ਨਸ਼ਾ ਨਹੀਂ। ਗੁਰੂ ਸਾਹਿਬ ਜੀ ਨੇ ਜਿਹੜਾ ਭੰਗ ਦਾ ਨਸ਼ਾ ਜਾਂ ਜਿਹੜਾ ਨਸ਼ਾ ਸਾਨੂੰ ਕਰਨ ਦੇ ਲਈ ਬਖਸ਼ਿਸ਼ ਕੀਤੀ ਹੈ, ਮੈਂ ਬੇਨਤੀ ਕਰਨੀ ਚਾਹੁੰਦਾ ਉਹਨਾਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਕਿ ਜੇ ਕਿਤੇ ਅਸੀਂ ਗੁਰੂ ਦੇ ਦੱਸੇ ਮੁਤਾਬਕ ਇਹ ਨਸ਼ਾ ਕਰ ਲਈਏ ਤੇ ਸੱਚ ਜਾਣਿਓ ਅੱਜ ਜਿਹੜਾ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਦਾ ਵਕਾਰ ਡਿੱਗ ਚੁੱਕਾ ਹੈ। ਤੁਸੀਂ ਵੇਖੋ ਵੀ ਕਦੇ ਇਹ ਗੱਲ ਕਹੀ ਜਾਂਦੀ ਸੀ ਨਿਹੰਗ ਸਿੰਘਾਂ ਦੇ ਬਾਰੇ, ਆਏ ਨੇ ਨਿਹੰਗ ਬੂਹੇ ਖੋਲ ਦਿਓ ਨਿਸੰਗ। ਕਦੇ ਦਸ਼ਮੇਸ਼ ਪਿਤਾ ਜੀ ਇਸ ਪ੍ਰਣਾਲੀ ਨੂੰ ਇਹ ਕਹਿ ਕੇ ਸੰਬੋਧਨ ਕਰਦੇ ਨੇ ਵੀ ਅੱਜ ਤੋਂ ਮੈਂ ਆਪਣਾ ਨਿਹੰਗ ਸਿੰਘਾਂ ਦਾ ਜਿਹੜਾ ਉਹ ਜਥਾ ਹੈ ਬਾਬਾ ਫਤਿਹ ਸਿੰਘ ਜੀ ਦੀ ਝੋਲੀ ਚ ਪਾਉਣਾ, ਬਾਬਾ ਫਤਿਹ ਸਿੰਘ ਜੀ ਦੀ ਸੌਂਪਣਾ ਦੇ ਵਿੱਚ ਦੇਣਾ। ਅੱਜ ਉਹਨਾਂ ਨਿਹੰਗ ਸਿੰਘਾਂ ਨੇ ਆਪਣਾ ਵਕਾਰ, ਆਪਣਾ ਸਟੇਟਸ ਜਿਹੜਾ ਹੈ ਉਹ ਇੰਨਾ ਕੁ ਡਾਊਨ ਕਰ ਲਿਆ ਵੀ ਅੱਜ ਇੱਕ ਆਮ ਸਿੱਖ ਉਹਨਾਂ ਦੇ ਕੋਲ ਜਾਣ ਤੋਂ 100 ਵਾਰੀ ਸੋਚਦਾ ਹੈ, ਡਰਦਾ ਹੈ ਵੀ ਕਿਤੇ ਪਤਾ ਨਹੀਂ ਇਹਨਾਂ ਨੇ ਨਸ਼ੇ ਦੀ ਲੋੜ ਦੇ ਵਿੱਚ ਕੀ ਕਰ ਦੇਣਾ ਹੈ। ਮੈਂ ਬੇਨਤੀ ਕਰ ਰਿਹਾ ਸਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੋਗੀਆਂ ਨੂੰ ਇਹ ਗੱਲ ਕਹਿੰਦੇ ਨੇ। ਸਤਿਗੁਰੂ ਜੀ ਕਹਿਣ ਲੱਗੇ ਹਾਂ ਮੈਂ ਵੀ ਨਸ਼ਾ ਕਰਦਾ, ਪਰ ਮੇਰਾ ਨਸ਼ਾ ਜਿਹੜਾ ਹੈ ਉਹ ਤੁਹਾਡੇ ਨਸ਼ੇ ਵਰਗਾ ਨਸ਼ਾ ਨਹੀਂ ਹੈ। ਮੇਰਾ ਨਸ਼ਾ ਹੈ, ਸਤਿਗੁਰੂ ਜੀ ਦਾ ਆਪਾਂ ਮੁਬਾਰਕ ਬਚਨ ਪੜ੍ਹਦੇ ਹਾਂ, ਭੋ ਮੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੂ ਨੀਤਾ ਨੀਤ, ਤੋ ਦਰਸ਼ਨ ਕੀ ਕਰੂੰ ਸਮਾਏ, ਮੈਂ ਦਰ ਮੰਗਤ ਭਿਖਿਆ ਪਾਏ। ਸਤਿਗੁਰੂ ਜੀ ਕਹਿਣ ਲੱਗੇ ਮੈਂ ਨਸ਼ਾ ਕੀਤਾ ਹੈ, ਪਰ ਮੈਂ ਤੁਹਾਡੇ ਵਾਂਗੂ ਕਿਸੇ ਭੰਗ ਦੀ ਬੁੱਟੀ ਦਾ ਨਸ਼ਾ ਨਹੀਂ ਕੀਤਾ। ਮੈਂ ਨਸ਼ਾ ਕਾਹਦਾ ਕੀਤਾ ਹੈ? ਭਉ ਮੇਰਾ ਭਾਂਗ। ਭਉ ਦੇ ਅਰਥ ਨੇ ਡਰ, ਨਿਰਮਲ ਭੈ ਅਦਬ ਡਰ। ਸਤਿਗੁਰੂ ਜੀ ਕਹਿਣ ਲੱਗੇ ਮੈਂ ਉਸ ਅਕਾਲ ਪੁਰਖ ਪਰਮਾਤਮਾ ਦੇ ਅਦਬ ਡਰ ਨੂੰ, ਨਿਰਮਲ ਭੈ ਨੂੰ ਭੰਗ ਬਣਾਇਆ ਹੈ। ਖਲੜੀ ਮੇਰਾ ਚੀਤ, ਤੇ ਮੈਂ ਆਪਣੇ ਮਨ ਨੂੰ ਉਹ ਗੁੱਥੀ ਬਣਾਇਆ ਹੈ। ਖਲੜੀ ਦੇ ਅਰਥ ਨੇ ਗੁੱਥੀ, ਕਿਉਂਕਿ ਜੋਗੀ ਜਿਹੜੇ ਸਨ ਉਹ ਭੰਗ ਨੂੰ ਇੱਕ ਕੱਪੜੇ ਦੀ ਗੁੱਥੀ ਦੇ ਵਿੱਚ ਬੰਨ੍ਹ ਕੇ ਰੱਖਿਆ ਕਰਦੇ ਸਨ। ਜਦੋਂ ਲੋੜ ਪੈਣੀ ਉਸ ਨਸ਼ੇ ਦੀ ਵਰਤੋਂ ਕਰ ਲੈਣੀ। ਸਤਿਗੁਰੂ ਜੀ ਕਹਿਣ ਲੱਗੇ ਨਾ ਤਾਂ ਮੈਂ ਕੋਈ ਬਾਹਰਲੀ ਗੁੱਥੀ ਨੂੰ ਤਰਜੀਹ ਦੇਣਾ ਤੇ ਨਾ ਮੈਂ ਕੋਈ ਬਾਹਰਲੀ ਭੰਗ ਦੀ ਬੁੱਟੀ ਨੂੰ ਤਰਜੀਹ ਦੇਣਾ। ਮੈਂ ਉਸ ਅਕਾਲ ਪੁਰਖ ਪਰਮਾਤਮਾ ਦੇ ਨਿਰਮਲ ਭਉ ਨੂੰ, ਅਦਬ ਡਰ ਨੂੰ ਹੀ ਆਪਣਾ ਨਸ਼ਾ, ਆਪਣੀ ਭੰਗ ਬਣਾਇਆ ਹੈ। ਭਾਵ ਪਰਮਾਤਮਾ ਦੇ ਅਦਬ ਡਰ ਦੇ ਵਿੱਚ ਮੈਂ ਆਪਣੀ ਜ਼ਿੰਦਗੀ ਨੂੰ ਬਤੀਤ ਕਰਦਾ। ਤੇ ਇਹ ਭੰਗ ਜਿਹੜੀ ਹੈ ਨਾ, ਇਹ ਜਿਹੜਾ ਅਦਬ ਡਰ ਹੈ, ਇਹ ਮੈਂ ਪਾਇਆ ਕਿੱਥੇ ਹੈ? ਖਲੜੀ ਮੇਰਾ ਚੀਤ। ਇਹ ਮੈਂ ਮਨ ਰੂਪੀ ਗੁੱਥੀ ਦੇ ਵਿੱਚ ਇਸ ਭੋ ਰੂਪੀ ਭੰਗ ਨੂੰ ਪਾਇਆ ਹੈ। ਭਾਵ ਮੇਰੇ ਮਨ ਦੇ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਦਾ ਨਿਰਮਲ ਭੋ ਹੈ। ਸਾਧ ਸੰਗਤ ਜੀ, ਆਪਾਂ ਗੱਲ ਕਰ ਰਹੇ ਸੀ ਵੀ ਸਤਿਗੁਰੂ ਜੀ ਦੀ ਬਾਣੀ ਨੇ ਇਹ ਗੱਲ ਸਾਨੂੰ ਬਾਰ-ਬਾਰ ਸਮਝਾਈ ਹੈ ਕਿ ਉਸ ਅਕਾਲ ਪੁਰਖ ਪਰਮਾਤਮਾ ਦਾ ਅਦਬ ਡਰ, ਨਿਰਮਲ ਭਉ ਜਿਹੜਾ ਹੈ ਉਹ ਤੇਰੀ ਜ਼ਿੰਦਗੀ ਦੇ ਵਿੱਚ ਹੋਵੇ। ਤੇ ਮੈਂ ਇੱਕ ਬੇਨਤੀ ਕਰਾਂ, ਜਿੰਨਾ ਚਿਰ ਸਾਡੀ ਜ਼ਿੰਦਗੀ ਦੇ ਵਿੱਚ ਅਦਬ ਡਰ ਨਹੀਂ ਹੈ, ਉਹਨਾਂ ਚਿਰ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਕਿਸੇ ਤਰਤੀਬ ਦੇ ਵਿੱਚ ਨਹੀਂ ਆ ਸਕਦੀ। ਤੁਸੀਂ ਵੇਖੋ ਬਈ, ਜੇ ਟੀਚਰ ਦਾ ਸਟੂਡੈਂਟ ਨੂੰ ਨਿਰਮਲ ਭਉ ਹੈ, ਅਦਬ ਡਰ ਹੈ, ਇਹ ਅਦਬ ਡਰ ਹੀ ਉਸ ਸਟੂਡੈਂਟ ਦੀ, ਉਸ ਵਿਦਿਆਰਥੀ ਦੀ ਜ਼ਿੰਦਗੀ ਨੂੰ ਉਸ ਮੁਕਾਮ ਤੱਕ ਪਹੁੰਚਾ ਦਿੰਦਾ ਹੈ, ਉੱਚੇ ਰੁਤਬੇ ਤੱਕ ਪਹੁੰਚਾ ਦਿੰਦਾ ਹੈ। ਤੇ ਜਿਹੜੇ ਵਿਦਿਆਰਥੀ ਨੇ, ਜਿਹੜੇ ਸਟੂਡੈਂਟ ਨੇ ਟੀਚਰ ਦਾ ਅਦਬ ਭਉ ਹੀ ਨਹੀਂ ਰੱਖਿਆ, ਨਿਰਮਲ ਡਰ ਹੀ ਨਹੀਂ ਰੱਖਿਆ, ਉਹ ਵਿਦਿਆਰਥੀ ਫਿਰ ਕਦੇ ਵੀ ਉੱਚੇ ਰੁਤਬੇ ਤੱਕ, ਉੱਚੇ ਮੁਕਾਮ ਤੱਕ ਨਹੀਂ ਪਹੁੰਚ ਸਕਦਾ। ਖੈਰ,
मैं बेनती कर रहा सा भी सतगुरु जी ने बख्शिश की है भी बाकी दे डर जेडे ने अपनी जिंदगी दे विचों विसार दे, निर्मल भो नूं अपनी जिंदगी दे अंदर तरजीह दे। निर्मल भो जेड़ा है वो तेरी जिंदगी दे विच होना चाहिए है। जे तू जिंदगी नूं किसे तरतीब दे विच लियाउणा चाहुंदा है, किसे सिस्टम दे विच लियाउणा चाहुंदा है, तुसीं वेखो भी कानून बने हुंदे ने हर एक देश दा, हर एक स्टेट का, हर एक शहर का अपना अपना कानून है। हुण हर एक स्टेट के कानून का भै जे कोई नागरिक रखता है तो वो शहर, वो स्टेट, वो देश बड़ी सोहनी ढंग ते बड़ी तरतीब दे नाल चलदे ने। आपां परिवारां दे विच ही इस गल नूं लागू करिए। परिवारां दे विच भी जे निर्मल भो है, एक दूसरे दे प्रति अदब डर है, तो वो परिवार जेड़े ने बड़ी सुख की जिंदगी बतीत करते हैं, बड़ी सभ्यक ते तरतीब वाली जिंदगी बतीत करते हैं। तो जिन्हां परिवारां दे विच अदब डर नहीं है, मन के चलो भी ना तो पत्नी नूं पति का डर रहा, तो ना पति नूं पत्नी का डर रहा, ना बच्चियां नूं माँ बाप का डर रहा, ना वड्डियां का डर रहा। उन्हां परिवारां दी तुसीं हालात किते वेखो जा करके भी वो परिवार जेड़े ने वो किवें बेतरतीबे होए पे ने। खेरू खेरू माँ किसे पासे जा रही है, धी किसे पासे जा रही है, पुत किसे पासे जा रहा है, तो पिता किसे पासे जा रहा है। इसे इहो जे परिवार नूं वेख के ही तां भगत कबीर साहब जी ने यह गल कही सी। भगत कबीर साहब जी ने कहा सी, तह घर मरहठ सारखे पूत बसै तिन माहे। उस घर दे विच वसन वाले लोग जिहड़े ने वो असल च भूतने ने। क्यों? क्योंकि कोई किसे दा अदब डर नहीं है, कोई निर्मल भौ नहीं है, कोई शर्म हया उन्हां दी जिंदगी दे विच नहीं है। सो सतगुरु जी ने बख्शिश की भी अदब डर जिहड़ा वो जीवन च होना जरूरी है। तो आपां हर रोज़ ही ये मुबारक बचन पढ़ते हैं। तुसीं वेखो कि गुरु नानक साहब जी महाराज ने किड्डी प्यारी गल कही है। हुण सतगुरु जी भावें घाट साडी जिंदगी दी घड़ रहे ने, पर उन्होंने उदाहरण बड़ी प्यारी दिती है। वो कहते ने, जत पहारा धीरज सुनियार, आहरण मत वेद हथियार, भोखला अगन तप ताओ, भांडा भाओ अमृत तित टाल, घड़िए शब्द सच्ची टकसाल, जिनको नदर करम तिनकार, नानक नदरी नदर निहाल। सतगुरु जी कहते इस शरीर नूं दुकान बना सुनियारे दी। जत पहारा धीरज सुनियार, उच्चा आचरण सुनियारे दी दुकान होवे, उहदे विच धीरज रूपी सबर रूपी सुनियारा बैठा होवे। भौ खला एक सुनियारे वीर दे कोल धौंकनी हुंदी है, जिस दे नाल वो अग पखाउंदा है। सतगुरु जी कहन लगे, भौ खला परमात्मा दा अदब डर जिहड़ा है वो तेरी जिंदगी दी धौंकनी होवे। भाव तेरी जिंदगी दे अंदर परमात्मा दा निर्मल भौ होवे। सो साध संगत जीओ, अज दे इस मुबारक शब्द दे अंदर भी गुरु साहब जी ने सानू यही गल समझाउण दा यतन किया है। आओ इस पावन शब्द नूं आपां समझण दा यतन करिए। ते गुरु नानक साहब जी महाराज बख्शिश करते हैं। सतगुरु जी कहन लगे, भै बिन कोए ना लंघस पार, भै भो राखिया भाए सवार रहाओ। गुरु साहब जी कहन लगे, भै बिन कोई ना लंघस पार। असल च बाणी ने ना इस संसार नूं एक समुंदर कहा है। संसार समुंदे तार गोबिंदे, तार लै बाप बीठला। सतगुरु जी कहते ने, इस संसार समुंदर दे विचों जे पार होना है ना, ते तेनू अदब डर बहुत जरूरी है। सतगुरु जी
ਪਾਵਨ ਬਾਣੀ ਦੇ ਅੰਦਰ ਸਾਨੂੰ ਇਹ ਗੱਲ ਸਮਝਾਉਣ ਦਾ ਯਤਨ ਕਰ ਰਹੇ ਨੇ, ਭੈ ਬਿਨ ਕੋਇ ਨਾ ਲੰਘਸ ਪਾਰ। ਸਤਿਗੁਰੂ ਜੀ ਕਹਿੰਦੇ ਇਹ ਸੰਸਾਰ ਇੱਕ ਸਮੁੰਦਰ ਹੈ ਤੇ ਇਸ ਸੰਸਾਰ ਨੂੰ ਪਾਰ ਕਰਨ ਦੇ ਲਈ ਪਰਮਾਤਮਾ ਦਾ ਅਦਬ ਡਰ ਜਿਹੜਾ ਹੈ ਉਹ ਹੋਣਾ ਬਹੁਤ ਜ਼ਰੂਰੀ ਹੈ। ਵੇਖੋ ਕਿੱਡੇ ਪਿਆਰੇ ਸਤਿਗੁਰੂ ਜੀ ਨੇ ਬਚਨ ਕਹੇ ਨੇ। ਗੁਰੂ ਸਾਹਿਬ ਜੀ ਕਹਿਣ ਲੱਗੇ, ਜੇ ਇਸ ਸੰਸਾਰ ਦੀ ਤਰਤੀਬ ਨੂੰ, ਜੇ ਇਸ ਸੰਸਾਰ ਨੂੰ ਸੱਭਿਅਕ ਬਣਾਉਣਾ ਚਾਹੁੰਦਾ ਹੈ ਤੇ ਫਿਰ ਅਦਬ ਡਰ ਤੈਨੂੰ ਹੋਣਾ ਬਹੁਤ ਜ਼ਰੂਰੀ ਹੈ। ਤੈਨੂੰ ਪਰਮਾਤਮਾ ਦਾ ਅਦਬ ਡਰ ਹੋਵੇ। ਮੈਂ ਬੇਨਤੀ ਕਰਾਂ, ਅੱਜ ਜੇ ਸੰਸਾਰ ਜਾਂ ਸਮਾਜ ਅਸੱਭਿਅਕ ਹੈ, ਬੇਤਰਤੀਬਾ ਹੈ, ਤੇ ਖਿਮਾ ਕਰਨਾ ਮੈਨੂੰ ਇਹ ਗੱਲ ਕਹਿਣ ਦੇਣਾ, ਜੇ ਅੱਜ ਸਮਾਜ ਦੇ ਵਿੱਚ ਪਾਪ ਵੱਧ ਗਏ ਨੇ, ਜੇ ਅੱਜ ਇਨਸਾਨ ਔਗਣ ਕਮਾ ਰਿਹਾ ਹੈ, ਜੇ ਅੱਜ ਛੋਟੀਆਂ ਬੱਚੀਆਂ ਦੇ ਨਾਲ ਬਲਾਤਕਾਰ ਹੋ ਰਹੇ ਨੇ, ਜੇ ਅੱਜ ਭ੍ਰਿਸ਼ਟਾਚਾਰ ਵਧਿਆ ਹੈ, ਜੇ ਅੱਜ ਚੋਰੀਆਂ ਦੀ ਤਾਦਾਦ ਵਧੀ ਹੈ, ਜੇ ਅੱਜ ਇਨਸਾਨ ਪਸ਼ੂ ਪੁਣੇ ਦੀ ਹੱਦ ਤੋਂ ਵੀ ਨੀਵਾਂ ਡਿੱਗ ਗਿਆ ਹੈ, ਜੇ ਅੱਜ ਇਨਸਾਨ ਦੇ ਕਰਮ ਜਿਹੜੇ ਨੇ ਉਹ ਇਹੋ ਜਿਹੇ ਹੋ ਗਏ ਨੇ, ਜੇ ਉਹ ਇਨਸਾਨੀਅਤ ਨੂੰ ਵੀ ਸ਼ਰਮਸ਼ਾਰ ਕਰ ਦਿੰਦੇ ਨੇ, ਤੇ ਇਸ ਦਾ ਕਾਰਨ ਇਹ ਹੈ ਕਿ ਅੱਜ ਦੇ ਇਸ ਮਨੁੱਖ ਨੇ ਪਰਮਾਤਮਾ ਦੇ ਅਦਬ ਡਰ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਵਿਸਾਰ ਦਿੱਤਾ ਹੈ। ਅੱਜ ਮਨੁੱਖ ਨੂੰ ਭੈ ਨਹੀਂ ਰਿਹਾ, ਡਰ ਨਹੀਂ ਰਿਹਾ। ਸੋ ਸਤਿਗੁਰੂ ਜੀ ਕਹਿੰਦੇ ਨੇ, ਭੈ ਬਿਨ ਕੋਇ ਨਾ ਲੰਘਸ ਪਾਰ। ਗੁਰੂ ਸਾਹਿਬ ਜੀ ਕਹਿਣ ਲੱਗੇ, ਉਸ ਪਰਮਾਤਮਾ ਦੇ ਅਦਬ ਡਰ ਤੋਂ ਬਗੈਰ ਇਸ ਸੰਸਾਰ ਸਮੁੰਦਰ ਦੇ ਵਿੱਚੋਂ ਕੋਈ ਵੀ ਪਾਰ ਨਹੀਂ ਲੰਘ ਸਕਦਾ। ਭੈ ਭਉ ਰਾਖਿਆ ਭਾਏ ਸਵਾਰ। ਸਤਿਗੁਰੂ ਜੀ ਕਹਿਣ ਲੱਗੇ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਪਰਮਾਤਮਾ ਦਾ ਅਦਬ ਡਰ ਰੱਖਿਆ ਹੈ ਤੇ ਅਦਬ ਡਰ ਦੇ ਵਿੱਚੋਂ ਫਿਰ ਪਿਆਰ ਪੈਦਾ ਹੋਇਆ ਹੈ। ਤੁਸੀਂ ਵੇਖੋ, ਮੈਂ ਇੱਕ ਬੇਨਤੀ ਕਰਾਂ, ਜਿੱਥੇ ਅਦਬ ਡਰ ਨਹੀਂ ਹੈ ਉੱਥੇ ਪਿਆਰ ਵੀ ਨਹੀਂ ਪੈਦਾ ਹੋ ਸਕਦਾ। ਪਿਆਰ ਵੀ ਉੱਥੇ ਪੈਦਾ ਹੋਵੇਗਾ ਜਿੱਥੇ ਅਦਬ ਡਰ ਹੈ, ਜਿੱਥੇ ਇੱਕ ਦੂਸਰੇ ਦੇ ਪ੍ਰਤੀ ਸਤਿਕਾਰ ਦੀ ਭਾਵਨਾ ਹੈ। ਸੋ ਸਤਿਗੁਰੂ ਜੀ ਕਹਿੰਦੇ ਨੇ, ਜਿਨ੍ਹਾਂ ਨੇ ਆਪਣੇ ਜੀਵਨ 'ਚ ਅਦਬ ਡਰ ਰੱਖਿਆ ਹੈ ਉੱਥੇ ਫਿਰ ਪਿਆਰ ਬਣਿਆ ਹੈ, ਤੇ ਉਸ ਪਿਆਰ ਤੇ ਅਦਬ ਡਰ ਦਾ ਸਦਕਾ ਉਹਦੀ ਜ਼ਿੰਦਗੀ ਜਿਹੜੀ ਹੈ ਉਹ ਸਵਾਰੀ ਗਈ ਹੈ। ਉਹਨਾਂ ਨੇ ਆਪਣੇ ਜੀਵਨ ਨੂੰ ਸੋਹਣਾ ਬਣਾ ਲਿਆ ਹੈ। ਸ਼ਬਦ ਦੇ ਪਹਿਲੇ ਬੰਦ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਭਉ ਮੁਚ ਭਾਰਾ ਵੱਡਾ ਤੋਲ। ਸਤਿਗੁਰੂ ਜੀ ਕਹਿਣ ਲੱਗੇ, ਪਰਮਾਤਮਾ ਦਾ ਡਰ ਜਿਹੜਾ ਹੈ ਨਾ, ਅਦਬ ਡਰ ਜਿਹੜਾ ਹੈ ਉਹ ਬਹੁਤ ਭਾਰਾ ਹੈ, ਵੱਡਾ ਤੋਲ, ਉਹਦਾ ਪੈਮਾਨਾ ਬੜਾ ਵੱਡਾ ਹੈ। ਕਹਿਣ ਤੋਂ ਭਾਵ ਇਹ ਵੀ ਜੇ ਤੂੰ ਪਰਮਾਤਮਾ ਦੇ ਅਦਬ ਡਰ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਵਸਾ ਲਵੇਂਗਾ ਤੇ ਸਤਿਗੁਰੂ ਜੀ ਕਹਿਣ ਲੱਗੇ, ਤੇਰਾ ਵੀ ਪੈਮਾਨਾ ਬੜਾ ਵੱਡਾ ਹੋ ਜਾਵੇਗਾ, ਤੂੰ ਬੜਾ ਗਹਿਰ ਤੇ ਗੰਭੀਰ ਹੋ ਜਾਵੇਂਗਾ। ਤੇ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਅਦਬ ਡਰ ਨਹੀਂ ਵਸਦਾ, ਸਤਿਗੁਰੂ ਜੀ ਕਹਿੰਦੇ ਨੇ, ਮਨ ਮਤ ਹੌਲੀ ਬੋਲੇ ਬੋਲ। ਜਿਹੜੇ ਮਨ ਦੇ ਪਿੱਛੇ ਚੱਲਦੇ ਨੇ, ਆਪਣੀ ਮਤ ਨੂੰ ਮਨ ਦੇ ਪਿੱਛੇ ਚਲਾਉਂਦੇ ਨੇ, ਸਤਿਗੁਰੂ ਜੀ ਕਹਿਣ ਲੱਗੇ, ਉਹਨਾਂ ਦੀ ਮਤ ਜਿਹੜੀ ਹੈ ਉਹ ਹੋਛੀ ਰਹਿੰਦੀ ਹੈ, ਹੌਲੇ ਤੇ ਨੀਵੇਂ ਪੱਧਰ ਦੀ ਰਹਿੰਦੀ ਹੈ। ਫਿਰ ਉਹਨਾਂ ਦੇ ਬੋਲ ਵੀ ਜਿਹੜੇ ਨੇ ਉਹ ਹੋਛੇ ਰਹਿੰਦੇ ਨੇ। ਕਿਉਂ? ਕਿਉਂਕਿ ਉਹਨਾਂ ਦੇ ਵਿੱਚ ਫਿਰ ਅਦਬ ਡਰ ਵਾਲੀ ਉਹ ਗਹਿਰ ਗੰਭੀਰਤਾ ਨਹੀਂ ਹੈ। ਸੋ ਸਤਿਗੁਰੂ ਜੀ ਕਹਿੰਦੇ ਨੇ, ਸਿਰ ਧਰ ਚੱਲੀਐ ਸਹੀ ਹੈ ਭਾਰ। ਜੇ ਉਸ ਪਰਮਾਤਮਾ ਦੇ ਅਦਬ ਡਰ ਨੂੰ ਸਿਰ ਤੇ ਰੱਖ ਕੇ ਚੱਲੀਏ, ਭਾਵ ਆਪਣੀ ਸੁਰਤ ਦੇ ਅੰਦਰ ਵਸਾ ਕਰਕੇ ਚੱਲੀਏ, ਸਹੀ ਹੈ ਭਾਰ। ਜੇ ਇਹ ਭਾਰ ਸਾਨੂੰ ਸਹਿਣਾ ਆ ਜਾਵੇ, ਜੇ ਇਹ ਸਾਨੂੰ ਚੰਗਾ ਲੱਗਣ ਲੱਗ ਜਾਵੇ, ਨਦਰੀ ਕਰਮੀ ਗੁਰ ਵਿਚਾਰ। ਸਤਿਗੁਰੂ ਜੀ ਕਹਿਣ ਲੱਗੇ, ਉਸ ਅਕਾਲ ਪੁਰਖ ਪਰਮਾਤਮਾ ਦੀ ਮਿਹਰ ਦੀ ਨਜ਼ਰ ਦੇ ਨਾਲ, ਗੁਰੂ ਦੀ ਵਿਚਾਰ ਦੇ ਰਾਹੀਂ ਜੇ ਸਾਡੀ ਜ਼ਿੰਦਗੀ ਦੇ ਅੰਦਰ ਸਾਡੀ ਮਤ ਨੇ ਉਸ ਪਰਮਾਤਮਾ ਦਾ ਅਦਬ ਡਰ ਪ੍ਰਵਾਨ ਕਰ ਲਿਆ ਤੇ ਇਹ ਮਤ, ਇਹ ਜੀਵਨ ਬਹੁਤ ਸੋਹਣਾ ਬਣ ਸਕਦਾ ਹੈ। ਮੈਂ ਪਹਿਲਾਂ ਵੀ ਉਦਾਹਰਨ ਦਿੱਤੀ ਹੈ ਵੀ ਵੇਖੋ, ਸਾਡੀ ਮਤ ਕਿਸੇ ਸਟੇਟ ਦਾ, ਕਿਸੇ ਕੰਟਰੀ ਦਾ, ਕਿਸੇ ਸ਼ਹਿਰ ਦਾ ਜਦੋਂ ਕਾਨੂੰਨ ਪ੍ਰਵਾਨ ਕਰ ਲੈਂਦੀ ਹੈ, ਉਹਦੇ ਅਦਬ ਡਰ ਦੇ ਵਿੱਚ ਰਹਿਣਾ ਸਿੱਖ ਜਾਂਦੀ ਹੈ, ਤੇ ਫਿਰ ਅਸੀਂ ਬੇਅੰਤ ਗੁਨਾਹਾਂ ਤੋਂ ਬਚਦੇ ਹਾਂ, ਆਪਣੇ ਆਪ ਨੂੰ ਬਚਾਉਂਦੇ ਹਾਂ। ਉਵੇਂ ਹੀ ਜਿੱਦਣ ਪਰਮਾਤਮਾ ਦਾ ਅਦਬ ਡਰ ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਪ੍ਰਵਾਨ ਕਰ ਲਿਆ, ਉਦਣ ਬੇਅੰਤ ਪਾਪ
ਤੇ ਬੇਅੰਤ ਗੁਨਾਹਾਂ ਤੋਂ ਅਸੀਂ ਆਪਣੇ ਆਪ ਨੂੰ ਬਚਾਵਾਂਗੇ। ਸਤਿਗੁਰੂ ਜੀ ਕਹਿੰਦੇ ਨੇ ਭੈ ਬਿਨ ਕੋਏ ਨਾ ਲੰਘਸ ਪਾਰ। ਫਿਰ ਰਹਾਉ ਵਾਲਾ ਬੰਦ, ਭੈ ਪੂ ਰਾਖਿਆ ਭਾਏ ਸਵਾਰ ਰਹਾਓ। ਭੈ ਤਨ ਅਗਨ ਭਖੈ ਭੈ ਨਾਲ। ਸਤਿਗੁਰੂ ਜੀ ਕਹਿਣ ਲੱਗੇ ਜੇ ਪਰਮਾਤਮਾ ਦਾ ਅਦਬ ਡਰ ਤੇਰੀ ਜ਼ਿੰਦਗੀ 'ਚ ਹੋਵੇਗਾ ਤੇ ਫਿਰ ਇਸ ਸਰੀਰ ਦੇ ਅੰਦਰ ਇੱਕ ਅੱਗ ਬਲੇਗੀ। ਵੇਖੋ, ਇੱਕ ਹੈ ਤ੍ਰਿਸ਼ਨਾ ਦੀ ਅੱਗ ਜਿਹਦਾ ਬਾਣੀ ਨੇ ਜ਼ਿਕਰ ਕੀਤਾ ਹੈ। ਇੱਥੇ ਅਗਨ ਦੇ ਅਰਥ ਨੇ ਤਾਂਘ, ਖਿੱਚ। ਫਿਰ ਤੇਰੇ ਸਰੀਰ ਦੇ ਅੰਦਰ ਉਸ ਪਰਮਾਤਮਾ ਦੇ ਮਿਲਾਪ ਦੀ, ਚੰਗੀਆਂ ਕਰਮਾਂ ਦੀ ਖਿੱਚ ਪੈਦਾ ਹੋਵੇਗੀ। ਭੈ ਤਨ ਅਗਨ ਭਖੈ ਭੈ ਨਾਲ, ਭੈ ਭਉ ਘੜੀਐ ਸ਼ਬਦ ਸਵਾਰ। ਸਤਿਗੁਰੂ ਜੀ ਕਹਿਣ ਲੱਗੇ ਭੈ ਦੀ ਘਾਟ ਦੇ ਨਾਲ ਸ਼ਬਦ ਦੇ ਰਾਹੀਂ ਤੇਰੇ ਜੀਵਨ ਨੂੰ ਸਵਾਰ ਦੇਵੇਗਾ ਸਤਿਗੁਰੂ। ਤੇ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਭੈ ਬਿਨ ਘਾੜਤ ਕੱਚਨ ਕੱਚ। ਸਤਿਗੁਰੂ ਜੀ ਕਹਿਣ ਲੱਗੇ ਜਿਨ੍ਹਾਂ ਦੇ ਜੀਵਨ 'ਚ ਅਦਬ ਡਰ ਨਹੀਂ ਹੈ ਨਾ, ਉਹਨਾਂ ਦੀ ਜ਼ਿੰਦਗੀ ਦੀ ਘਾਟ ਜਿਹੜੀ ਹੈ ਉਹ ਕੱਚੀ ਰਹਿੰਦੀ ਹੈ। ਭਾਵ ਉਹਨਾਂ ਦੀ ਜ਼ਿੰਦਗੀ ਬੇਤਰਤੀਬੀ ਰਹਿੰਦੀ ਹੈ, ਬੇਅਸੂਲੀ ਰਹਿੰਦੀ ਹੈ। ਭੈ ਬਿਨ ਘਾੜਤ ਕੱਚਨ ਕੱਚ, ਅੰਧਾ ਸੱਚਾ। ਅੰਧੀ ਸੱਟ, ਸੱਚਾ ਦੇ ਅਰਥ ਨੇ ਸਟਰਕਚਰ, ਸਾਂਚਾ, ਜਿਹਦੇ ਵਿੱਚ ਕਿਸੇ ਵਸਤੂ ਨੂੰ ਢਾਲਿਆ ਜਾਂਦਾ ਹੈ। ਸਤਿਗੁਰੂ ਜੀ ਕਹਿਣ ਲੱਗੇ ਫਿਰ ਉਹ ਸਾਂਚਾ ਵੀ ਜਿਹੜਾ ਹੈ ਉਹ ਅਧੂਰਾ ਹੈ। ਅੰਧੀ ਸੱਟ, ਸੱਟ ਦੇ ਅਰਥ ਨੇ ਉਦਮ, ਤੇ ਜ਼ਿੰਦਗੀ ਦਾ ਹਰ ਉਦਮ ਜਿਹੜਾ ਹੈ ਉਹ ਫਿਰ ਅਧੂਰਾ ਹੈ। ਹਰ ਉਦਮ ਜਿਹੜਾ ਹੈ ਉਹ ਨਾਕਾਮਯਾਬ ਹੈ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਅਦਬ ਡਰ ਨਹੀਂ ਹੈ। ਤੇ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਬੁੱਧੀ ਬਾਜੀ ਉਪਜੈ ਚਾਓ। ਗੁਰੂ ਸਾਹਿਬ ਜੀ ਕਹਿਣ ਲੱਗੇ ਜਿਸ ਮਤ ਦੇ ਵਿੱਚ ਅਦਬ ਡਰ ਨਹੀਂ ਹੈ ਫਿਰ ਉਹਨਾਂ ਦੀ ਮਤ ਦੇ ਅੰਦਰ ਹਮੇਸ਼ਾ ਹੀ ਚਾਅ ਰਹਿੰਦਾ ਹੈ। ਕਿਸ ਨੂੰ ਵੇਖ ਕੇ? ਰੱਬ ਨੂੰ, ਜ਼ਿੰਦਗੀ ਦੀਆਂ ਅਸੂਲਾਂ ਨੂੰ, ਮਰਿਆਦਾ ਨੂੰ, ਜੀਵਨ ਦੀ ਤਰਤੀਬ ਨੂੰ ਨਾ। ਸਤਿਗੁਰੂ ਜੀ ਕਹਿਣ ਲੱਗੇ ਉਹਨਾਂ ਨੂੰ ਇਹ ਸਭ ਕੁਝ ਵੇਖ ਕੇ ਚਾਅ ਨਹੀਂ ਹੁੰਦਾ, ਉਹਨਾਂ ਨੂੰ ਚਾਅ ਹੁੰਦਾ ਹੈ ਫਿਰ ਸੰਸਾਰ ਦੀਆਂ ਇਹਨਾਂ ਰੰਗ ਤਮਾਸ਼ਿਆਂ ਨੂੰ ਵੇਖ ਕੇ। ਬੁੱਧੀ ਬਾਜੀ, ਬਾਜੀ ਦੇ ਅਰਥ ਨੇ ਸੰਸਾਰ ਖੇਡ। ਉਹਨਾਂ ਦੀ ਜ਼ਿੰਦਗੀ ਦੇ ਅੰਦਰ ਚਾਅ ਹੁੰਦਾ ਹੈ, ਉਹ ਖੁਸ਼ ਹੁੰਦੇ ਨੇ, ਉਹ ਬੇਤਰਤੀਬੇ ਸਮਾਜ ਨੂੰ ਵੇਖ ਕੇ ਖੁਸ਼ ਹੁੰਦੇ ਨੇ, ਉਹ ਅਤਿਆਚਾਰ ਕਰਕੇ ਖੁਸ਼ ਹੁੰਦੇ ਨੇ, ਉਹ ਕਿਸੇ ਦੇ ਨਾਲ ਧੋਖਾ ਕਰਕੇ ਖੁਸ਼ ਹੁੰਦੇ ਨੇ, ਉਹ ਫਿਰ ਰਿਸ਼ਵਤਾਂ ਲੈ ਕੇ ਖੁਸ਼ ਹੁੰਦੇ ਨੇ, ਉਹ ਫਿਰ ਔਗਣ ਤੇ ਪਾਪ ਕਮਾ ਕੇ ਖੁਸ਼ ਹੁੰਦੇ ਨੇ, ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਅਦਬ ਡਰ ਨਹੀਂ ਹੈ। ਖੈਰ ਸਤਿਗੁਰੂ ਜੀ ਕਹਿੰਦੇ ਨੇ ਭੈ ਬਿਨ ਘਾੜਤ ਕੱਚਨ ਕੱਚ, ਅੰਧਾ ਸੱਚਾ ਅੰਧੀ ਸੱਟ, ਬੁੱਧੀ ਬਾਜੀ ਉਪਜੈ ਚਾਓ, ਸਹਿਸ ਸਿਆਣਪ ਪਵੈ ਨਾ ਤਾਓ। ਤੇ ਸਤਿਗੁਰੂ ਜੀ ਕਹਿਣ ਲੱਗੇ ਹਜ਼ਾਰਾਂ ਸਿਆਣਪਾਂ ਦੇ ਨਾਲ ਵੀ ਫਿਰ ਜ਼ਿੰਦਗੀ ਦੀ ਉਹ ਘਾਟ ਨਹੀਂ ਘੜੀ ਜਾ ਸਕਦੀ, ਉਹ ਤਰਤੀਬ ਜ਼ਿੰਦਗੀ ਦੇ ਵਿੱਚ ਨਹੀਂ ਲਿਆਂਦੀ ਜਾ ਸਕਦੀ ਜਿਹੜੀ ਤਰਤੀਬ ਪਰਮਾਤਮਾ ਦੇ ਅਦਬ ਡਰ ਦੇ ਵਿੱਚ, ਭੈ ਦੇ ਵਿੱਚ ਰਹਿ ਕੇ ਆਉਂਦੀ ਹੈ। ਤੇ ਅਖੀਰ ਤੇ ਸਤਿਗੁਰੂ ਜੀ ਕਹਿੰਦੇ ਨੇ ਨਾਨਕ ਮਨਮੁਖ ਬੋਲਣ ਵਾਓ। ਹੇ ਨਾਨਕ, ਜਿਨ੍ਹਾਂ ਨੇ ਅਦਬ ਡਰ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਰੱਖਿਆ, ਉਹ ਮਨ ਦੇ ਪਿੱਛੇ ਚੱਲਣ ਵਾਲੇ ਮਨਮੁਖ ਜਿਹੜੇ ਨੇ ਉਹ ਹਮੇਸ਼ਾ ਹੀ ਊਲ ਜ਼ਲੂਲ ਗੱਲਾਂ ਬੋਲਦੇ ਨੇ। ਬੋਲਣ ਵਾਓ, ਉਹਨਾਂ ਦੇ ਬੋਲਣ ਦਾ ਕੋਈ ਵੀ ਅਸਰ ਨਹੀਂ ਹੁੰਦਾ, ਉਹਨਾਂ ਦਾ ਬੋਲਣਾ ਜਿਹੜਾ ਹੈ ਉਹ ਵਿਅਰਥ ਹੈ। ਕਿਉਂ? ਅੰਧਾ ਅੱਖਰ ਵਾਓ ਦੁਆਓ। ਸਤਿਗੁਰੂ ਜੀ ਕਹਿਣ ਲੱਗੇ ਇਹੋ ਜਿਹਾ ਅਗਿਆਨਤਾ ਦੇ ਵਿੱਚ ਅੰਨਾ ਹੋਇਆ ਜੀਵ ਜਿਹੜਾ ਹੈ ਉਹ ਹਮੇਸ਼ਾ ਊਲ ਜ਼ਲੂਲ ਦੀਆਂ ਗੱਲਾਂ ਬੋਲਦਾ ਹੈ, ਉਹਦੀਆਂ ਗੱਲਾਂ ਦੇ ਵਿੱਚ ਕੋਈ ਤੱਤ ਨਹੀਂ ਹੁੰਦਾ। ਸੋ ਭਾਗਾਂ ਵਾਲਿਓ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਸ ਸਮੁੱਚੇ ਸ਼ਬਦ ਦੇ ਅੰਦਰ ਸਾਨੂੰ ਇਹੀ ਗੱਲ ਸਮਝਾਉਣ ਦਾ ਯਤਨ ਕੀਤਾ ਹੈ ਕਿ ਦੁਨੀਆ ਦੇ ਡਰ ਸਾਰੇ ਆਪਣੀ ਜ਼ਿੰਦਗੀ ਦੇ ਵਿੱਚੋਂ ਲਾ ਕੇ ਖਤਮ ਕਰਕੇ ਇੱਕ ਅਕਾਲ ਪੁਰਖ ਪਰਮਾਤਮਾ ਦਾ ਅਦਬ ਡਰ ਆਪਣੀ ਜ਼ਿੰਦਗੀ ਦੇ ਵਿੱਚ ਰੱਖ। ਜੇ ਤੂੰ ਆਪਣੀ ਜ਼ਿੰਦਗੀ ਨੂੰ ਤਰਤੀਬਵਾਜ਼ ਬਣਾਉਣਾ ਚਾਹੁੰਦਾ ਹੈ, ਜੇ ਤੂੰ ਆਪਣੀ ਜ਼ਿੰਦਗੀ ਨੂੰ ਅਸੂਲਾਂ ਵਾਲੀ ਬਣਾਉਣਾ ਚਾਹੁੰਦਾ ਹੈ ਜਾਂ ਕਿਸੇ ਮਰਿਆਦਾ, ਕਿਸੇ ਸਿਸਟਮ ਵਾਲੀ ਬਣਾਉਣਾ ਚਾਹੁੰਦਾ ਹੈ, ਆਓ ਗੁਰੂ ਕਿਰਪਾ ਕਰੇ ਸਾਡੇ ਜੀਵਨ ਦੇ ਅੰਦਰ ਪਰਮਾਤਮਾ ਦਾ ਅਦਬ ਡਰ ਪੈਦਾ ਹੋ ਜਾਵੇ ਤਾਂ ਕਿ ਸਾਡਾ ਜੀਵਨ ਕਿਸੇ ਤਰਤੀਬ ਦੇ ਵਿੱਚ ਆ ਜਾਵੇ, ਸਾਡਿਆਂ ਪਰਿਵਾਰਾਂ ਦੇ ਵਿੱਚ ਪਰਮਾਤਮਾ ਦਾ ਅਦਬ ਡਰ ਪੈਦਾ ਹੋ ਜਾਵੇ ਤਾਂ ਕਿ ਸਾਡੇ ਪਰਿਵਾਰ ਕਿਸੇ ਤਰਤੀਬ ਤੇ ਕਿਸੇ ਨਿਯਮ ਦੇ ਵਿੱਚ ਆ ਜਾਣ। ਸਾਡਾ ਸਮਾਜ, ਇਹ ਪੂਰੀ ਦੁਨੀਆ ਦੇ ਅੰਦਰ ਉਸ ਪਰਮਾਤਮਾ ਦਾ ਅਦਬ ਡਰ
ਇਨਸਾਨ ਦੇ ਮਨ ਦੇ ਵਿੱਚ ਬਣ ਜਾਵੇ ਤਾਂ ਕਿ ਪੂਰੀ ਦੁਨੀਆ ਦੇ ਅੰਦਰ ਪਿਆਰ ਪੈਦਾ ਹੋ ਸਕੇ। ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਵੀ ਜਿੱਥੇ ਅਦਬ ਡਰ ਨਹੀਂ ਹੈ ਉੱਥੇ ਪਿਆਰ ਵੀ ਪੈਦਾ ਨਹੀਂ ਹੋ ਸਕਦਾ। ਪੂਰੀ ਦੁਨੀਆ ਦੇ ਅੰਦਰ ਪਿਆਰ ਪੈਦਾ ਹੋ ਸਕੇ, ਇੱਕ ਤਰਤੀਬ, ਇੱਕ ਮਰਿਆਦਾ ਇਨਸਾਨ ਦੀ ਇਸ ਦੁਨੀਆ ਦੀ ਬਣ ਜਾਵੇ। ਉਹ ਮਰਿਆਦਾ ਇਹ ਹੋਵੇ, ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਾਹ ਬੈਸਣ ਪਾਈਐ। ਉਹ ਮਰਿਆਦਾ ਇਹ ਹੋਵੇ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ। ਸੋ ਆਓ ਵਿਚਾਰਾਂ ਕਰਦੇ ਹਾਂ ਸਾਧ ਸੰਗਤ ਜੀ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ। ਪ੍ਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।